Dear students, we are continuing with the topic sweat equity shares of corporate accounting. ਸਵੈਟ ਇਕੁਇਟੀ ਸ਼ੇਅਰਸ ਕੀ ਹੁੰਦੇ ਨੇ? ਸੈਕਸ਼ਨ 54 ਆਫ ਕੰਪਨੀਜ਼ ਐਕਟ, ਠੀਕ ਹੈ, ਮਤਲਬ ਇੱਕ ਨਵੇਂ ਟਾਈਪ ਦੇ ਇਕੁਇਟੀ ਸ਼ੇਅਰਸ ਨੂੰ ਇਸ਼ੂ ਕਰਦਾ ਜਿਹਨੂੰ ਕਿ ਅਸੀਂ ਸਵੈਟ ਇਕੁਇਟੀ ਸ਼ੇਅਰਸ ਕਹਿ ਦਿੰਦੇ ਹਾਂ। ਜਿਹੜੇ ਇਹ ਸ਼ੇਅਰਸ ਹੁੰਦੇ ਨੇ ਬੇਸਿਕਲੀ ਡਿਸਕਾਊਂਟ 'ਤੇ ਜਾਂ ਫਿਰ ਕੰਸੀਡਰੇਸ਼ਨ ਦੇ ਅਦਰ ਦੈਨ ਕੈਸ਼ ਹੁੰਦੇ ਨੇ, ਠੀਕ ਹੈ। ਇਹ ਜਿਹੜੇ ਨੇ ਕਿ ਇਹ ਡਾਇਰੈਕਟਰਸ ਨੂੰ ਜਾਂ ਫਿਰ ਇੰਪਲਾਈਜ਼ ਨੂੰ ਇਸ਼ੂ ਕੀਤੇ ਜਾਂਦੇ ਨੇ। ਇਹਦੇ ਵਿੱਚ ਕੀ ਹੁੰਦਾ ਗਾ ਕਿ ਮੀਨਸ ਉਹਨਾਂ ਨੂੰ ਰਿਵਾਰਡ ਕੀਤਾ ਜਾਂਦਾ ਹੈ, ਠੀਕ ਹੈ। ਜੋ ਬੰਦੇ ਕੰਮ ਕਰ ਰਹੇ ਨੇ ਉਹ ਅੱਛਾ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਰਿਵਾਰਡ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਡਿਸਕਾਊਂਟ ਦੇ ਉੱਤੇ ਸ਼ੇਅਰਸ ਇਸ਼ੂ ਕਰਦੇ, ਠੀਕ ਹੈ ਜੀ। ਇਹਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਉਹਨਾਂ ਦੀ ਇੰਟੈਕਚੁਅਲ ਪ੍ਰੋਪਰਟੀ ਦਾ ਵੀ ਇੱਕ ਰਾਈਟ ਮਿਲ ਜਾਂਦਾ ਅਤੇ ਉਹਦੀ ਵੈਲਿਊ ਵੀ ਉਹਦੇ ਨਾਲ ਹੀ ਜੋੜ ਦਿੱਤੀ ਜਾਂਦੀ ਹੈ, ਠੀਕ ਹੈ। ਤਾਂ 53 ਸੈਕਸ਼ਨ ਆਫ ਕੰਪਨੀਜ਼ 2013 ਡੀਲ ਵਿਦ ਦ ਪਾਵਰ ਆਫ ਕੰਪਨੀ ਟੂ ਇਸ਼ੂ ਸ਼ੇਅਰ ਐਟ ਅ ਡਿਸਕਾਊਂਟ। ਦੇਖੋ, a company may issue sweat equity shares of a class of shares already issued if the following conditions are fulfilled। ਕਹਿੰਦੇ ਇਹ ਇਸ਼ੂ ਕੀਤੇ ਜਾ ਸਕਦੇ ਨੇ, ਮਤਲਬ ਜਿਹੜੇ ਇਹ ਕੰਪਨੀ ਹੈ ਇਸ਼ੂ ਕਰਦੀ ਹੈ ਸਵੈਟ ਇਕੁਇਟੀ ਸ਼ੇਅਰ ਆਫ ਕਲਾਸ ਆਫ ਸ਼ੇਅਰ, ਇਹ ਆਲਰੇਡੀ ਇਸ਼ੂਡ ਹੁੰਦੇ ਨੇ। ਕੁਝ ਕੰਡੀਸ਼ਨਸ ਨੇ ਜਿਹੜੀਆਂ ਫੁਲਫਿਲ ਕਰਨੀਆਂ ਪੈਂਦੀਆਂ ਨੇ। ਦ ਇਸ਼ੂ ਆਫ ਸਵੈਟ ਇਕੁਇਟੀ ਸ਼ੇਅਰਸ ਇਜ਼ ਆਥੋਰਾਈਜ਼ਡ ਬਾਈ ਦ ਸਪੈਸ਼ਲ ਰੈਜ਼ੋਲਿਊਸ਼ਨਸ ਪਾਸਡ ਬਾਈ ਦ ਕੰਪਨੀ ਇਨ ਜਨਰਲ ਮੀਟਿੰਗ। ਜਨਰਲ ਮੀਟਿੰਗ ਦੇ ਵਿੱਚ ਸਪੈਸ਼ਲ ਰੈਜ਼ੋਲਿਊਸ਼ਨ ਪਾਸ ਹੋਣਾ ਚਾਹੀਦਾ ਹੈ ਸਵੈਟ ਇਕੁਇਟੀ ਸ਼ੇਅਰਸ ਨੂੰ ਇਸ਼ੂ ਕਰਨ ਦੇ ਲਈ। ਦ ਰੈਜ਼ੋਲਿਊਸ਼ਨ ਸਪੈਸੀਫਾਈਜ਼ ਦ ਨੰਬਰ ਆਫ ਸ਼ੇਅਰ, ਔਰ ਉਸ ਰੈਜ਼ੋਲਿਊਸ਼ਨ ਦੇ ਵਿੱਚ ਕੀ ਕੁਛ ਹੋਣਾ ਚਾਹੀਦਾ ਕਿ ਨੰਬਰ ਆਫ ਸ਼ੇਅਰਸ ਕਿੰਨੇ ਨੇ, ਕਰੰਟ ਮਾਰਕੀਟ ਪ੍ਰਾਈਸ ਕੀ ਆ, ਕੰਸੀਡਰੇਸ਼ਨਸ ਕੀ ਹੈ ਜੋ ਤੁਸੀਂ ਉਸਦੇ ਬਦਲੇ ਦੇਣਾ ਚਾਹੁੰਦੇ ਹੋ। ਅਤੇ ਉਸ ਦੇ ਵਿੱਚ ਇਹ ਵੀ ਚੀਜ਼ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਐਮਪਲਾਈਜ਼ ਕਿਸ ਟਾਈਪ ਦਾ ਇੰਪਲਾਈ ਆ, ਡਾਇਰੈਕਟਰ ਕਿਸ ਟਾਈਪ ਦਾ, ਅਤੇ ਕਲਾਸ ਆਫ ਡਾਇਰੈਕਟਰ ਕੀ ਆ, ਅਤੇ ਮਤਲਬ ਕਿਸ ਨੂੰ ਤੁਸੀਂ ਇਕੁਇਟੀ ਸ਼ੇਅਰ ਨੇ ਜਿਹੜੇ ਉਹ ਇਸ਼ੂ ਕਰ ਰਹੇ ਹੋ ਸਵੈਟ ਇਕੁਇਟੀ ਸ਼ੇਅਰ। ਹਾਂਜੀ, not less than 1 year has at the time of issue elapsed since the date on which the company entitled to commence business। ਹਾਂ, 1 ਸਾਲ ਤੋਂ ਘੱਟ ਦਾ ਟਾਈਮ ਨਹੀਂ ਹੋਣਾ ਚਾਹੀਦਾ, ਠੀਕ ਹੈ, ਜਦੋਂ ਵੀ ਤੁਸੀਂ ਇਹਨੂੰ ਇਸ਼ੂ ਕਰ ਰਹੇ ਹੋ। the sweat equity shares of the company whose equity are listed in a stock exchange। ਇਹ ਕੀ ਕਹਿ ਰਹੇ ਨੇ ਕਿ ਸਵੈਟ ਇਕੁਇਟੀ ਸ਼ੇਅਰਸ ਕੰਪਨੀ ਦੇ ਜਿਹੜੇ ਕਿ ਸਟਾਕ ਐਕਸਚੇਂਜ ਦੇ ਵਿੱਚ ਲਿਸਟਡ ਨੇ, ਇਸ਼ੂਡ ਇਨ ਦ ਅਕੋਰਡੈਂਸ ਵਿਦ ਦ ਰੈਗੂਲੇਸ਼ਨ ਬਾਈ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਇਨ ਦਿਸ ਬਿਹਾਫ, ਬਟ ਇਨ ਕੇਸ ਆਫ ਕੰਪਨੀ ਹੂਜ਼ ਇਕੁਇਟੀ ਸ਼ੇਅਰ ਕੈਪੀਟਲ ਨਾਟ ਲਿਸਟਡ ਇਨ ਅ ਸਟਾਕ ਐਕਸਚੇਂਜ। ਕਹਿੰਦੇ ਵੀ ਕੰਪਨੀ ਲਿਸਟਡ ਹੋਣੀ ਚਾਹੀਦੀ ਹੈ ਬਟ ਉਹਦੇ ਸ਼ੇਅਰਸ ਨਹੀਂ। The sweat equity share issued in accordance with the rules as may be prescribed। ਰੂਲ ਦੇ ਅਕੋਰਡਿੰਗ ਹੋਣੀ ਚਾਹੀਦੇ ਨੇ ਸਵੈਟ ਇਕੁਇਟੀ ਸ਼ੇਅਰ ਜਿਹੜੇ ਇਸ਼ੂ ਨੇ। ਹਾਂਜੀ, ਤਾਂ ਹੁਣ ਸਟਾਕ ਇਨਵੈਸਟ ਸਕੀਮ ਕੀ ਹੈ? ਇਟ ਇਜ਼ ਇੰਸਟਰੂਮੈਂਟ ਵਿਚ ਕੈਨ ਬੀ ਯੂਜ਼ਡ ਬਾਈ ਦ ਐਪਲੀਕੈਂਟ ਟੂ ਟੈਂਡਰ ਐਪਲੀਕੇਸ਼ਨ ਮਨੀ ਔਨ ਸ਼ੇਅਰਸ ਔਰ ਡਿਵੈਂਚਰ ਅਪਲਾਈਡ ਫॉर। ਇਹ ਕੀ ਹੈ? ਬੇਸਿਕਲੀ ਇੱਕ ਇੰਸਟਰੂਮੈਂਟ ਹੁੰਦਾ ਜਿਹੜਾ ਕਿ ਐਪਲੀਕੈਂਟ ਦੇ ਦੁਆਰਾ ਯੂਜ਼ ਕੀਤਾ ਜਾਂਦਾ ਹੈ ਟੂ ਟੈਂਡਰ ਐਪਲੀਕੇਸ਼ਨ ਮਨੀ ਔਨ ਸ਼ੇਅਰਸ ਜਾਂ ਡਿਵੈਂਚਰਸ ਦੇ ਲਈ ਅਪਲਾਈ ਕੀਤਾ ਜਾਂਦਾ ਹੈ ਇਨ ਆਰਡਰ ਟੂ ਮਿਟੀਗੇਟ ਦ ਡਿਫੀਕਲਟੀਜ਼ ਕਾਜ਼ਡ ਬਾਈ ਦ ਇਨਵੈਸਟਰ ਬਿਕੋਜ਼ ਆਫ ਨੋਨ ਰਿਸੀਟ, ਡਿਲੇ ਆਫ ਰਿਫੰਡ ਆਫ ਸ਼ੇਅਰ ਐਪਲੀਕੇਸ਼ਨ ਮਨੀ ਫਰੋਮ ਇਸ਼ੂਡ ਕੰਪਨੀ। The stock invest scheme has been introduced by the government. The instrument is an addition facility available on intending investor in case he so opts। ਮਤਲਬ ਕੀ ਕਹਿਣਾ ਚਾਹ ਰਹੇ ਨੇ? ਇਹ ਬੇਸਿਕਲੀ ਕੀ ਹੈ? ਇਹ ਇੱਕ ਇੰਸਟਰੂਮੈਂਟ ਹੈ ਜਿਹੜਾ ਯੂਜ਼ ਕੀਤਾ ਜਾਂਦਾ ਐਪਲੀਕੈਂਟ ਦੇ ਦੁਆਰਾ, ਠੀਕ ਹੈ, ਟੈਂਡਰ ਐਪਲੀਕੇਸ਼ਨ ਮਨੀ ਔਨ ਸ਼ੇਅਰਸ ਦੇ ਲਈ ਜਾਂ ਫਿਰ ਡਿਵੈਂਚਰਸ ਦੇ ਲਈ ਜਦੋਂ ਉਹਨਾਂ ਨੇ ਅਪਲਾਈ ਕਰਨਾ ਹੈ ਇਨ ਆਰਡਰ ਟੂ ਮਿਟੀਗੇਟ ਦ ਡਿਫੀਕਲਟੀਜ਼ ਕਾਜ਼ ਡਿਊ ਟੂ ਦ ਇਨਵੈਸਟਰਸ। ਕਿ ਬਹੁਤ ਸਾਰੀਆਂ ਜਿਵੇਂ ਡਿਫੀਕਲਟੀਜ਼ ਫੇਸ ਕਰਨੀਆਂ ਪੈ ਰਹੀਆਂ ਨੇ ਬਿਕੋਜ਼ ਆਫ ਨੋਨ ਰਿਸੀਟ ਜਾਂ ਡਿਲੇ ਆਫ ਰਿਫੰਡ ਹੋ ਗਿਆ ਹੈ ਨਾ, ਦ ਸ਼ੇਅਰ ਐਪਲੀਕੇਸ਼ਨ ਮਨੀ ਦੇ ਲਈ, ਤਾਂ ਉਹ ਚੀਜ਼ਾਂ ਨਾ ਆਉਣ। ਤਾਂ ਇਹਨਾਂ ਨੇ ਕੀ ਕੀਤਾ? ਸਟਾਕ ਇਨਵੈਸਟ ਸਕੀਮ ਜਿਹੜੀ ਇੰਟਰੋਡਿਊਸ ਕਰਤੀ ਸਰਕਾਰ ਨੇ। ਇਹ ਵੀ ਇੱਕ ਐਡੀਸ਼ਨਲ ਮਤਲਬ ਕਿ ਇੰਸਟਰੂਮੈਂਟ ਹੀ ਹੈ ਨਾ, ਜਿਹਦੇ ਵਿੱਚ ਤੁਹਾਨੂੰ ਐਕਸਟਰਾ ਜਿਹੜੀ ਹੈ ਫੈਸਿਲਿਟੀ ਅਵੇਲੇਬਲ ਹੁੰਦੀ ਹੈ ਇੱਕ ਟੈਂਡਰ ਇਨਵੈਸਟਰ ਨੂੰ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਰੇਸ਼ਨ ਆਫ ਦ ਸਕੀਮ, ਦ ਸਟਾਕ ਇਨਵੈਸਟਰਸ ਆਰ ਇਸ਼ੂਡ ਬਾਈ ਸਿਲੈਕਟਡ ਬ੍ਰਾਂਚਿਸ ਆਫ ਸਮ ਬੈਂਕਸ। ਤਾਂ ਹੁਣ ਕੁਝ ਬੈਂਕਸ ਨੂੰ ਸਿਲੈਕਟ ਕਰ ਲੈਂਦਾ ਇਨਵੈਸਟਰ ਹੂ ਵਾਂਟਸ ਟੂ obtain stock invest facility has to open an account for deposit with the bank issuing stock invests। ਤਾਂ ਹੁਣ ਇਨਵੈਸਟਰ ਹੈ ਜੋ ਕੀ ਕਰਨਾ ਚਾਹੁੰਦਾ ਹੈ, obtain ਕਰਨਾ ਚਾਹੁੰਦਾ ਸਟਾਕ ਇਨਵੈਸਟ ਫੈਸਿਲਿਟੀ ਦੇ ਵਿੱਚ, ਤਾਂ ਉਹ ਅਕਾਊਂਟ ਓਪਨ ਕਰਵਾ ਲੈਂਦਾ। ਦ ਇਸ਼ੂਇੰਗ bank stock invest of the desired amount are issued by bank against deposits। ਤਾਂ ਹੁਣ ਉਹ ਕੀ ਕਰ ਦਿੰਦੇ ਨੇ? ਬਲੈਂਕ ਸਟਾਕ ਇਨਵੈਸਟਰਸ ਨੇ ਜਿਹੜੇ ਡਿਜ਼ਾਇਰਡ ਅਮਾਊਂਟ ਇਸ਼ੂ ਕਰ ਦਿੰਦੇ ਨੇ
बैंक के द्वारा अगेंस्ट डिपॉजिट जिन्ना तुसी डिपॉजिट कराया तो इशूइंग बैंक गिव्स अ स्टॉक इन्वेस्ट ड्यूली साइंड तो वो इशूइंग बैंक गिव स्टॉक इन्वेस्ट जो स्टॉक इन्वेस्ट वो दिंदी आ वो की होना चाहिए ड्यूली साइन मतलब दोनों साइड तो की होना चाहिए साइन होना चाहिए आल्सो मार्क्स and the date of issue and simultaneously marks a line of investors account or deposit to the extent of the stock invest ईशूड एक ही कह रहे हैं कि जी ईशूइंग बैंक है ड्यूली साइंड होनी चाहिए ने है ना वो स्टॉक इन्वेस्ट तो जोड़े उन्होंने जो तुम ईशू कर रहे हो वो वाली डेट होनी चाहिए मैंशन कल्ले कल्ले इन्वेस्टर के अकाउंट किन्ने डिपॉजिट है सब कुछ लिखा होना चाहिए वो उपर इन्वेस्टर्स वाइल अप्लाइंग फॉर पब्लिक ईशू विल एनक्लोज द स्टॉक इन्वेस्ट आफ्टर फिलिंग द पार्ट अलॉन्ग विद द कंपनी इन कैश द स्टॉक इन्वेस्ट of those applicants who are successfully allottee and partially of those who are partially successfully तो की कह रहे हैं कंपनी की करती है इन कैश करवा लेंगे स्टॉक इन्वेस्ट नूं कदों जदों सक्सैसफुली हो जाते हैं तो पार्शियली ऑफ दोज हू आर पार्शियली सक्सैसफुली वो देखो जो उन्होंने पूरे का पूरा हो करना है तो पूरा भी करवा सकते हैं जो उन्होंने पार्शियली पे किया तो उन्होंने भी वो इन कैश करवा सकते हैं पार्शियल मतलब हाफ नूं The stock invest pertaining to the unsuccessful applicant was returned to the investors without encashing, surrender to the respective bankers as to lift the line marked on their accounting deposits. हाँ जी हुणे की कह रहे हैं सॉरी कि कई जिहड़े एप्लीकेंट्स ने वो अनसक्सैसफुल हो गए तो उन्होंने इन्वेस्टर्स नूं रिटर्न हो चुका विदाउट इनकैशिंग उन्होंने उन्होंने पैसा क्या वापस हो चुका तो बुक बिल्डिंग की है इट इज़ अ टेक्निक यूज्ड फॉर अ मार्केटिंग अ पब्लिक ऑफर ऑफ द इक्विटी शेयर्स of the company. It is a way of raising more funds from the marketing. ਇਹ ਕੀ ਹੈ ਮਾਰਕੀਟਿੰਗ ਦੇ ਵਿੱਚ ਯੂਜ਼ ਕੀਤੀ ਜਾਣ ਵਾਲੀ ਟੈਕਨੀਕ ਹੈ ਇਹਦੇ ਵਿੱਚ ਪਬਲਿਕ ਆਫਰ ਕੀਤਾ ਜਾਂਦਾ ਹੈ ਪਬਲਿਕ ਆਫਰ ਆਫ ਦ ਇਕੁਇਟੀ ਸ਼ੇਅਰ ਆਫ ਦ ਕੰਪਨੀ ਇਕੁਇਟੀ ਸ਼ੇਅਰਸ ਜਿਹੜੇ ਵੀ ਹੁੰਦੇ ਨੇ ਕੰਪਨੀ ਦੇ ਉਹਨਾਂ ਨੂੰ ਪਬਲਿਕ ਆਫਰ ਮਿਲਦਾ ਹੈ ਇਟ ਇਜ਼ ਅ ਵੇ ਰੇਜ਼ਿੰਗ ਮੋਰ ਫੰਡਸ समझ आ रहा है कि मार्केटिंग के सानू फंड्स की जरूरत है तो सानू जो ज़्यादा फंड्स चाहिए ने तो असी ये वाला वे अपनाने आफ्टर एक्सेप्टिंग द फ्री प्राइजिंग मैकेनिज्म बाय द SBI द बुक बिल्डिंग प्रोसैस हैज़ एक्वायर्ड टू मच सिग्निफिकेंस एंड ओपन अ न्यू लीड इन डेवलपमेंट ऑफ द कैपिटल मार्केट company can use the process of book building to fine tune its price of issue. When a company employs book building mechanism, it does not predetermine the issuing prices or interest and invite subscription to the issue. हाँ कंपनी की कर रही है बुक बिल्डिंग का प्रोसैस यूज़ कर रही है ठीक है ਤਾਂ ਜਦੋਂ ਵੀ ਕਿ ਕੰਪਨੀ ਕੋਈ ਬੁੱਕ ਬਿਲਡਿੰਗ ਮੈਕੈਨਿਜ਼ਮ ਨੂੰ ਐਮਪਲਾਈ ਕਰਦੀ ਹੈ ਤਾਂ ਉਹਦਾ ਮਤਲਬ ਇਹ ਨਹੀਂ ਕਿ ਉਹ ਪਹਿਲਾਂ ਹੀ ਪ੍ਰਾਈਸ ਇਸ਼ੂ ਬਾਰੇ ਪ੍ਰੀ ਡਿਟਰਮਾਈਨ ਹੁੰਦੀ ਹੈ ਮਤਲਬ ਉਹਨਾਂ ਨੇ ਪਹਿਲਾਂ ਹੀ ਸੋਚ ਰੱਖਿਆ ਹੁੰਦਾ ਜਾਂ ਇੰਟਰਸਟ ਰੇਟ ਕਿੰਨਾ ਹੋਊਗਾ ਜਾਂ ਉਹਨਾਂ ਨੂੰ ਇਨਵਾਈਟ ਸਬਸਕ੍ਰਿਪਸ਼ਨ ਕਿੰਨੀ ਹੋਏਗੀ ਇਨਸਟੈਂਟ ਇਟ ਸਟਾਰਟ ਵਿਦ ਦ ਇੰਡੀਕੇਟਿਵ ਪ੍ਰਾਈਸ ਬੌਂਡ ਉਹ ਇੱਕ ਪ੍ਰਾਈਸ ਬੌਂਡ ਨੂੰ ਇੰਡੀਕੇਟ ਕਰ ਲੈਂਦੇ ਆ ਕਿ ਇਹਦੇ ਆਸ-ਪਾਸ ਹੋਊਗਾ ਵਿਚ ਇਜ਼ ਡਿਟਰਮਾਈਨਡ ਥਰੂ ਅ ਕਮੂਲੇਟਿਵ ਪ੍ਰੋਸੈਸ ਵਿਦ ਮਰਚੈਂਟ ਬੈਂਕਰਸ ਤੇ ਉਹ ਫਿਰ ਮਰਚੈਂਟ ਬੈਂਕਰਸ ਦੇ ਨਾਲ ਕੀ ਹੁੰਦੇ ਨੇ ਲਿੰਕਡ ਹੁੰਦੇ ਨੇ ਮਤਲਬ ਉਹ ਜੋ ਉਹਨਾਂ ਨੇ ਪ੍ਰਾਈਸ ਸੈੱਟ ਕੀਤਾ ਹੁੰਦਾ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਬੈਂਕਰਸ ਨੂੰ ਕਿ ਅਸੀਂ ਇੰਨੀ ਕੁ ਬਿਡ ਨੂੰ ਇਨਵਾਈਟ ਕਰ ਸਕਦੇ ਹਾਂ ਡਿਫਰੈਂਟ ਪ੍ਰਾਈਸ ਦੇ ਉੱਤੇ ਫਿਰ ਜੋ ਬਿਡ ਰਿਕੁਆਇਰ ਹੁੰਦੀ ਹੈ ਉਹਦੀ ਫੁੱਲ ਅਮਾਊਂਟ ਹੋ ਜਾਂਦੀ ਹੈ ਪੇ ਹੋ ਜਾਂਦੀ ਹੈ ਬੇਸਡ ਔਨ ਦਾ ਰਿਸਪੌਂਸ ਰਿਸੀਵਡ ਫਰੋਮ ਦ ਇਨਵੈਸਟਰ ਜੋ ਵੀ ਸਾਨੂੰ ਰਿਸਪੌਂਸ ਰਿਸੀਵ ਹੋਇਆ ਹੁੰਦਾ ਇਨਵੈਸਟਰ ਤੋਂ ਦਾ ਫਾਈਨਲ ਪ੍ਰਾਈਸ ਕੀ ਹੋ ਜਾਂਦਾ ਸਿਲੈਕਟ ਹੋ ਜਾਂਦਾ ਤਾਂ ਫਿਰ ਮਰਚੈਂਟ ਬੈਂਕਰਸ ਕੀ ਕਰਦੇ ਨੇ ਹੈਜ਼ ਟੂ ਮੈਨੇਜ ਦਾ entire book building process. Investors who have bid a price equally to or more the final price selected are given allotment at a final price selected. ਤਾਂ ਹੁਣ ਬਿਡ ਦੇ ਦੁਆਰਾ ਜੋ ਵੀ ਉਹਨਾਂ ਨੇ ਪ੍ਰਾਈਸ ਇਕੁਅਲ ਕਰ ਲਿਆ ਜਾਂ ਉਸ ਤੋਂ ਜ਼ਿਆਦਾ ਹੋ ਗਿਆ ਫਾਈਨਲ ਪ੍ਰਾਈਸ ਨਾਲੋਂ ਤਾਂ ਉਹ ਕਰਕੇ ਜੋ ਵੀ ਉਹਨਾਂ ਦੀ ਸੈਟਲਮੈਂਟ ਹੁੰਦੀ ਆ those who bid for a lower price will get their money refunded. ਹੁਣ ਦੇਖੋ ਜੇ ਬਿਡ ਲੋਅਰ ਪ੍ਰਾਈਸ ਤੇ ਬਟ ਉਹਨਾਂ ਨੇ ਜ਼ਿਆਦਾ ਪੈਸਾ ਪੇ ਕਰਤਾ ਤਾਂ ਉਹਨਾਂ ਨੂੰ ਪੈਸਾ ਰਿਫੰਡ ਹੋ ਜਾਊਗਾ ਠੀਕ ਹੈ ਜੀ ਤਾਂ ਇਹ ਕੁਛ ਹੈ ਤਾਂ ਅੱਗੇ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਬੁੱਕ ਬਿਲਡਿੰਗ ਦੀ ਤੁਸੀਂ ਖੁਦ ਪੜ੍ਹ ਲਿਓ ਕੁਛ ਨਹੀਂ ਹੈ ਇਹਨੂੰ ਪੜ੍ਹ ਕੇ ਦੇਖੋ ਕੁਛ ਨਹੀਂ ਸਮਝ ਆਊਗਾ ਦੈਨ ਆਈ ਵਿਲ ਬੀ ਡਿਸਕਸ ਵਿਦ ਯੂ ਮੈਨੂੰ ਕੁਐਸਚਨਸ ਪੁੱਟ ਕਰਿਆ ਕਰੋ ਕੁਐਸਚਨਸ ਪੁੱਛਿਆ ਕਰੋ ਤੁਸੀਂ ਤਾਂ ਕੁਛ ਵੀ ਨਹੀਂ ਬੋਲਦੇ अपनी वीडियो ज़्यादा लंबी हो रही है इसलिए मैंने इत्थे ख़त्म करनी पेगी
बहुत सौखा है। ਹੁਣ ਅੱਗੇ ਆਇਆ ਪ੍ਰੋਸੀਜਰ ਆਫ ਬੁੱਕ ਬਿਲਡਿੰਗ, ਐਡਵਾਂਟੇਜ ਬੁੱਕ ਬਿਲਡਿੰਗ ਦੇ, ਅਤੇ ਫਿਰ ਛੋਟੀਆਂ ਕੁਛ ਹੋਰ ਸਕੀਮਸ ਆਈਆਂ ਨੇ ਜਿਨ੍ਹਾਂ ਨੂੰ ਅਸੀਂ ਕੱਲ੍ਹ ਵਾਲੀ ਵੀਡੀਓਜ਼ ਦੇ ਵਿੱਚ ਖ਼ਤਮ ਕਰ ਲਾਂਗੇ। ਤੁਸੀਂ ਸੋਚਦੇ ਹੋਗੇ ਮੈਂ ਇੰਨਾ ਸਿਲੇਬਸ ਸਲੋ ਕਿਉਂ ਚੱਲ ਰਹੀ ਹਾਂ। ਇਹਦਾ ਸਿਲੇਬਸ ਇਸ ਲਈ ਸਲੋ ਚੱਲ ਰਿਹਾ ਕਿਉਂਕਿ ਕੋਈ ਬਹੁਤਾ ਵਾਈਡ ਜਿਹਾ ਸਿਲੇਬਸ ਨਹੀਂ ਹੈ, ਬਹੁਤ ਛੋਟਾ ਜਿਹਾ ਸਿਲੇਬਸ ਹੈ। ਆਰਾਮ ਨਾਲ ਕਰਾਂਗੇ, ਤੁਹਾਨੂੰ ਚੀਜ਼ਾਂ ਸਮਝ ਆਉਣੀਆਂ ਚਾਹੀਦੀਆਂ ਨੇ। ਗਿਣਤੀ ਦੇ ਸਾਰੇ 9 ਚੈਪਟਰਸ ਹੈ।